ਗਾਇਸ ਵੈਲਕਮ ਟੂ ਮਾਈ ਚੈਨਲ। ਤੇ ਗਾਇਸ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਜਾਣ ਤੋਂ ਪਹਿਲਾਂ ਆਪਾਂ ਨੂੰ ਕੀ ਸ਼ੋਪਿੰਗ ਕਰਨੀ ਚਾਹੀਦੀ ਹੈ। ਠੀਕ ਹੈ, ਤੇ ਸ਼ੋਪਿੰਗ ਕਰਨ ਵੇਲੇ ਨਾ ਇੱਕ ਚੀਜ਼ ਦਿਮਾਗ 'ਚ ਰੱਖ ਲਿਓ ਕਿ ਜਿਹੜੀ ਚੀਜ਼ ਆਪਾਂ ਖਰੀਦਾਂਗੇ ਬੈਸਟ ਕੁਆਲਿਟੀ ਦੀ ਹੋਵੇ ਤਾਂ ਕਿ ਉਹ ਜ਼ਿਆਦਾ ਚਿਰ ਚੱਲ ਜਾਵੇ। ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਇਸ ਲਿਸਟ ਤੇ ਜਿਹੜੀ ਸਭ ਤੋਂ ਟੌਪ ਤੇ ਚੀਜ਼ ਹੈਗੀ ਉਹ ਹੈਗੀ ਕਲੋਥ 'ਚ ਬਹੁਤ ਸਾਰੀ ਇਹੋ ਜਿਹੀ ਚੀਜ਼ਾਂ ਜਿਹੜੀ ਤੁਸੀਂ ਲੈ ਕੇ ਆਉਣੀ ਹੈ। ਠੀਕ ਹੈ, ਇਹਨਾਂ ਦਾ ਮਤਲਬ ਨਹੀਂ ਤੁਸੀਂ ਉੱਥੇ ਆ ਕੇ ਲੈ ਲਓਗੇ। ਸਭ ਤੋਂ ਪਹਿਲੀ ਮੇਨ ਚੀਜ਼ ਹੈਗੀ ਹੈ ਅੰਡਰ ਗਾਰਮੈਂਟਸ, ਤੇ ਤੁਸੀਂ 10 ਤੋਂ 12 ਪੇਅਰਸ ਅੰਡਰ ਗਾਰਮੈਂਟਸ ਦੇ ਲੈ ਕੇ ਆਉਣੇ, ਜਿਸ ਅੰਡਰਵੀਅਰ ਤੇ ਅੰਡਰ ਸ਼ਰਟ ਦੋਨੋਂ ਇਨਕਲੂਡਡ ਨੇ। 10 ਤੋਂ 12 ਇਸ ਲਈ ਕਿਉਂਕਿ ਇੱਥੇ ਕੈਨੇਡਾ 'ਚ ਨਾ ਲਾਂਡਰੀ ਜਿਹੜੀ ਹੁੰਦੀ ਹੈ 2 ਹਫ਼ਤੇ ਬਾਅਦ ਹੁੰਦੀ ਹੈ, ਤੇ ਤੁਸੀਂ ਚੰਗੀ ਤਰ੍ਹਾਂ ਆਪਣਾ ਰੋਟੇਸ਼ਨ ਕਰ ਸਕੋ, ਆਪਣੇ ਕੱਪੜੇ ਬਦਲ ਸਕੋ। ਇਸ ਕਰਕੇ ਤੁਸੀਂ ਆਪਣੇ ਅੰਡਰ ਗਾਰਮੈਂਟਸ 14 ਤੋਂ 12 ਹੀ ਲੈ ਕੇ ਆਉਣਾ, ਜੇ ਹੋ ਸਕਦਾ ਤਾਂ 14 ਜ਼ਰੂਰ ਲੈ ਆਉਣਾ। ਠੀਕ ਹੈ, ਫਿਰ ਆਉਂਦੇ ਆਪਣੇ ਇਨਰ ਵੀਅਰਸ, ਤੇ 3 ਤੋਂ 4 ਪੇਅਰ ਆਪਣੇ ਇਨਰ ਵੀਅਰਸ ਦੇ ਲਈ ਆਈਓ। ਠੀਕ ਹੈ, ਉਸ ਟੌਪ ਤੇ ਬੋਟਮ ਦੋਨੋਂ ਕੰਸੀਡਰਡ ਹੁੰਦੇ ਨੇ, ਤੇ ਇਨਰ ਵੀਅਰ ਬਹੁਤ ਜ਼ਰੂਰੀ ਨੇ ਕਿਉਂਕਿ ਮੇਰੇ ਕੁਝ ਜਾਣਕਾਰ ਹੈਗੇ ਨੇ, ਉਹ ਇਨਰ ਵੀਅਰ ਨਹੀਂ ਲੈ ਕੇ ਗਏ ਕੈਨੇਡਾ, ਤੇ ਉਹਨਾਂ ਨੂੰ ਬਹੁਤ ਸਫਰ ਕਰਨਾ ਪੈਂਦਾ ਹੈ ਇਨਰ ਵੀਅਰ ਕਰਕੇ, ਕਿਉਂਕਿ ਉੱਥੇ ਸਰਦੀਆਂ -45 ਡਿਗਰੀ ਤੱਕ ਪਹੁੰਚ ਜਾਂਦੀ ਹੈ। ਤੇ ਇਨਰ ਜ਼ਿਆਦਾ ਤਾਂ ਨਹੀਂ ਲੇਕਿਨ ਥੋੜ੍ਹੀ ਬਹੁਤੀ ਹੈਲਪ ਕਰ ਦਿੰਦਾ ਹੈ ਆਪਾਂ ਨੂੰ ਵਾਰਮ ਰਹਿਣ 'ਚ। ਫਿਰ ਆਉਂਦੀ ਗਰਮੀਆਂ ਦੀ ਟੀ-ਸ਼ਰਟਸ, ਹਾਫ ਸਲੀਵ ਜਿਹੜੀ ਟੀ-ਸ਼ਰਟ ਹੁੰਦੀ ਹੈ ਉਹ ਜ਼ਰੂਰ ਲੈ ਕੇ ਜਾਈਓ। ਮੇ ਇਨਟੇਕ ਵਾਲੇ ਤਾਂ ਜ਼ਰੂਰ ਹੀ ਲੈ ਕੇ ਜਾਈਓ, ਕਿਉਂਕਿ ਮੇ ਇਨਟੇਕ 'ਚ ਜੇ ਤੁਸੀਂ ਜਾਓਗੇ ਉੱਥੇ ਗਰਮੀਆਂ ਹੋਣਗੀਆਂ ਤੇ ਤੁਸੀਂ ਟੀ-ਸ਼ਰਟ ਹੀ ਵੀਅਰ ਕਰੋਗੇ। ਤੇ ਆਪਣੀ 5 ਤੋਂ 6 ਟੀ-ਸ਼ਰਟਾਂ ਜ਼ਰੂਰ ਲੈ ਕੇ ਜਾਈਓ, ਕੋਲਰ ਵਾਲੀ ਜ਼ਰੂਰ ਲੈ ਕੇ ਜਾਈਓ, ਕਿਉਂਕਿ ਉਹ ਕੋਲਰ ਵਾਲੀਆਂ ਆਪਾਂ ਸਰਦੀਆਂ 'ਚ ਵੀ ਜੈਕਟ ਦੇ ਥੱਲੇ ਪਾ ਕੇ ਯੂਜ਼ ਕਰ ਸਕਦੇ ਹਾਂ ਉਹਨਾਂ ਨੂੰ। ਫਿਰ ਆਉਂਦੀ ਆਪਣੀ ਸਵੈਟ ਸ਼ਰਟਸ, ਤੇ 3 ਤੋਂ 4 ਸਵੈਟ ਸ਼ਰਟਸ ਜਾਂ ਫਿਰ ਹੁਡੀਜ਼ ਜੋ ਤੁਹਾਨੂੰ ਪਸੰਦ ਨੇ ਉਹ ਲੈ ਲਿਓ। ਫਿਰ ਆਉਂਦੀ ਆਪਣੀ ਜੈਕਟਸ ਜੇ ਤੁਹਾਡੇ ਕੋਲ ਇੰਡੀਆ 'ਚ ਹੈਗੀ ਆ ਤਾਂ ਉਹ ਵਾਲੀ ਚੱਕ ਲਿਆਈਓ, ਨਵੀਂ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇੰਡੀਆ ਦੀ ਜੈਕਟ ਇੰਡੀਆ ਦੇ ਟੈਂਪਰੇਚਰ ਦੇ ਨਾਲ ਹਿਸਾਬ 'ਤੇ ਬਣੀ ਹੈ, ਤੇ ਕੈਨੇਡਾ ਦੇ ਹਿਸਾਬ ਨਾਲ। ਤਾਂ ਇਹੀ ਬਿਹਤਰ ਹੋਏਗਾ ਕਿ ਤੁਸੀਂ ਜਿਹੜੀ ਜੈਕਟ ਉਹ ਕੈਨੇਡਾ ਆ ਕੇ ਹੀ ਲਓ। ਫਿਰ ਆਪਣੀ ਆਪਸ਼ਨ ਆਉਂਦੀ ਹੈ ਸ਼ਰਟਸ ਦੀ, ਜਿਹਨਾਂ ਨੂੰ ਸ਼ਰਟਸ ਪਾਣੀ ਪਸੰਦ ਨੇ ਉਹ 4 ਤੋਂ 5 ਚੱਕ ਲਿਆਈਓ, ਤੇ 1-2 ਤਾਂ ਪੱਕਾ ਹੀ ਰੱਖਿਓ, ਜਿਹੜੇ ਪਾਉਣਾ ਵੀ ਨਹੀਂ ਚਾਹੁੰਦੇ ਨਾ ਉਹ ਵੀ 1-2 ਪੇਅਰ ਆਪਣੇ ਜ਼ਰੂਰ ਰੱਖਿਓ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਫਾਰਮਲ ਵੀਅਰ ਪਾ ਕੇ ਜਾਣਾ ਹੁੰਦਾ ਤੇ ਸ਼ਰਟਸ ਆਪਣੀ ਕੰਮ ਆ ਜਾਂਦੀਆਂ ਨੇ। ਤੇ ਫਿਰ ਆਉਂਦੀ ਆਪਣੀ ਆਪਸ਼ਨ ਟਰਾਊਜ਼ਰਸ ਦੀ, 4 ਟਰਾਊਜ਼ਰਸ ਜ਼ਰੂਰ ਲੈ ਕੇ ਆਉਣੀਆਂ ਨੇ, ਲੈ ਕੇ ਇਸ ਤਰ੍ਹਾਂ ਦੀ ਆਉਣੀਆਂ ਨੇ ਕਿ ਆਪਾਂ ਉਹਨੂੰ ਕਾਲਜ 'ਚ ਵੀ ਪਾ ਕੇ ਜਾ ਸਕੀਏ ਤੇ ਆਪਾਂ ਕੰਮ 'ਤੇ ਵੀ ਕਰ ਸਕੀਏ। ਤੇ ਤੁਸੀਂ 2 ਇਹੋ ਜਿਹੀ ਲੈ ਕੇ ਆਈਓ ਜਿਹੜੀ ਆਪਾਂ ਕਾਲਜ ਪਾ ਸਕੀਏ, ਤੇ 2 ਜਿਹੜੀ ਕੰਮ 'ਤੇ ਜਾ ਸਕੀਏ ਤੇ ਕੰਫਰਟੇਬਲ ਹੋਣ। ਆਪਣੀ ਆਪਸ਼ਨ ਹੈਗੀ ਹੈ ਸ਼ੂਜ਼ ਦੀ, ਤੇ 3-4 ਤਰ੍ਹਾਂ ਦੇ ਸ਼ੂਜ਼ ਜ਼ਰੂਰ ਲੈ ਕੇ ਆਈਓ। ਇੱਕ ਫਾਰਮਲ ਵੀਅਰ ਵਾਸਤੇ, ਇੱਕ ਲੋਫਰਸ ਲਗਾ ਲਓ, ਇੱਕ ਟਰੈਡੀਸ਼ਨਲ ਡਰੈਸ ਜ਼ਰੂਰ ਲੈ ਕੇ ਆਉਣੀ ਆਪਣੀ, ਤੇ ਉਹਦੇ ਨਾਲ ਦੇ ਸ਼ੂਜ਼ ਲੈ ਕੇ ਆਉਣੀ ਹੈ। ਤੇ ਸਨੀਕਰ ਸਪੋਰਟਸ ਜੋ ਤੁਹਾਨੂੰ ਦਿਲ ਕਰੇ ਉਹ ਲੈ ਕੇ ਆਈਓ, ਲੇਕਿਨ ਉਹਨਾਂ ਵਿੱਚ ਇੱਕ ਪੇਅਰ ਫਾਰਮਲ ਵਾਲਾ ਜ਼ਰੂਰ ਹੋਵੇ। ਠੀਕ ਹੈ, ਤੇ ਸ਼ੂਜ਼ ਦੇ ਨਾਲ ਆਪਾਂ ਨੂੰ ਸੌਕਸ ਵੀ ਲੈ ਕੇ ਆਉਣੀ ਹੈ, 2-3 ਪੇਅਰ ਆਪਾਂ ਨੂੰ ਲਾ ਲਓ ਲੌਂਗ ਸੌਕਸ ਦੇ, ਲਾ ਲਓ ਜਿਹੜੇ ਫਾਰਮਲ ਵੀਅਰ ਨਾਲ ਪਾਏ ਜਾਂਦੇ ਨੇ, ਤੇ 3-4 ਜੋੜੀ ਲਾ ਲਓ ਐਂਕਲ ਸੌਕਸ ਦੇ। ਠੀਕ ਹੈ, ਫਿਰ ਆਪਣੀ ਆਪਸ਼ਨਸ ਜਿਹੜੀ ਹੈਗੀ ਉਹ ਹੈਗੀ ਮਫਲਰਸ ਦੀ। ਮਫਲਰਸ 2-3 ਜੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਲੈ ਲਿਓ, ਨਹੀਂ ਤਾਂ ਇੱਥੇ ਵੀ ਬਹੁਤ ਸਸਤੇ ਮਤਲਬ ਕਿ ਬਹੁਤ ਜੈਨੂਅਨ ਰੇਟ 'ਤੇ ਮਿਲ ਜਾਂਦੀ ਹੈ ਮਫਲਰਸ ਤੇ ਕੈਪਸ ਦੋਨੋਂ ਹੀ। ਜੇ ਤੁਸੀਂ ਇੰਡੀਆ 'ਤੇ ਲੈ ਕੇ ਆਉਣਾ ਚਾਹੁੰਦੇ ਹੋ ਇੰਡੀਆ 'ਤੇ ਲਿਆਓ, ਜੇ ਇੱਥੇ ਆ ਕੇ ਲੈਣਾ ਚਾਹੁੰਦੇ ਹੋ ਤਾਂ ਇੱਥੇ। ਫਿਰ ਆਪਣੇ ਜਿਹੜੇ ਫਾਰਮਲ ਵੀਅਰਸ ਨੇ ਨਾ ਉਹ ਜ਼ਰੂਰ ਲੈ ਕੇ ਆਇਓ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਨੂੰ ਕਈ ਵਾਰ ਇੰਟਰਵਿਊ 'ਤੇ ਜਾਣਾ ਪੈ ਜਾਂਦਾ, ਉੱਥੇ ਫਾਰਮਲ ਵੀਅਰ ਪਾਉਣੀ ਹੁੰਦੀ ਹੈ, ਤੇ ਉਹ ਫਾਰਮਲ ਵੀਅਰ ਆਪਾਂ ਪਾ ਸਕਦੇ ਹਾਂ ਉੱਥੇ। ਤੇ ਇੱਕ ਪੇਅਰ ਉਹਦਾ ਵੀ ਲਿਆਈਓ ਚੱਪਲਾਂ ਦਾ। ਚੱਪਲਾਂ ਬਹੁਤ ਜ਼ਰੂਰੀ ਹੁੰਦੀ, ਕਿਉਂਕਿ ਆਪਣੇ ਇੱਥੇ ਜਿਹੜੇ ਹੈਗੇ ਘਰ 'ਚ ਚੱਪਲਾਂ ਵਗੈਰਾ ਹੀ ਪਾ ਕੇ ਰੱਖਦੇ ਨੇ, ਕਿਉਂਕਿ ਸਾਰੇ ਘਰ ਜਿਹੜੇ ਹੁੰਦੇ ਨੇ ਹੀਟਡ ਹੁੰਦੇ ਨੇ, ਤੇ ਉਹਦੇ ਵਾਸਤੇ ਆਪਾਂ ਕੰਫਰਟੇਬਲ ਰਹਿਣ ਵਾਸਤੇ ਆਪਾਂ ਚੱਪਲਾਂ ਯੂਜ਼ ਕਰਦੇ ਨੇ। ਤੇ ਜਿਵੇਂ ਹੁਣ ਮੈਂ ਦੱਸਿਆ ਕਿ ਘਰਾਂ ਵਿੱਚ ਹੀਟਰ ਲੱਗਿਆ ਹੁੰਦਾ ਨੇ, ਹੀਟਡ ਰੂਮਸ ਹੁੰਦੇ ਨੇ, ਤੇ ਆਪਣਾ ਜਿਹੜਾ ਤੁਸੀਂ ਰਜਾਈ ਨਹੀਂ ਲੈ ਕੇ ਆਉਣੀ ਹੈਗੀ, ਕਦੀ ਮੋਟੀ ਰਜਾਈਆਂ ਤੁਸੀਂ ਚੱਕ ਲਿਆਓ ਜੋ ਕਿ ਬਿਲਕੁਲ ਵੀ ਰਿਕਮੈਂਡਡ ਨਹੀਂ ਹੈਗੀਆਂ। ਤੁਸੀਂ ਸਿਰਫ ਲੈ ਕੇ ਆਉਣਾ ਏਸੀ ਕੰਫਰਟੇਬਲ, ਜਿਹੜੇ ਆਪਾਂ ਕੰਬਲ ਨਹੀਂ ਲੈਂਦੇ ਹੈਗੇ, ਨਾ ਜ਼ਿਆਦਾ ਗਰਮੀ ਹੁੰਦੀ ਨਾ ਜ਼ਿਆਦਾ ਠੰਡ ਹੁੰਦੀ, ਉਸ ਵਿੱਚ ਆਪਾਂ ਕੰਬਲ ਯੂਜ਼ ਕਰਦੇ ਨੇ। ਠੀਕ ਹੈ, ਨੋਰਮਲ ਮੋਟਾ ਜਿਹਾ ਕੰਬਲ ਹੁੰਦਾ ਹੈ ਨੋਰਮਲ ਜਿਹਾ, ਉਹ ਲੈ ਕੇ ਆਉਣਾ। ਕੰਬਲ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ, ਜ਼ਿਆਦਾ ਮੋਟਾ ਵੀ ਨਹੀਂ ਹੋਣਾ, ਨੋਰਮਲ ਜਿਹੜਾ ਹੁੰਦਾ ਉਹ ਵਾਲਾ ਏਸੀ ਕੰਫਰਟਰ ਕਹਿੰਦੇ ਜਿਹਨੂੰ, ਉਹ ਵਾਲਾ ਲੈ ਕੇ ਆਉਣਾ। ਜਿਹੜੇ ਲੈ ਕੇ ਆਉਣੇ ਟਾਵਲਸ ਆਪਾਂ 2 ਹੀ ਲੈ ਕੇ ਆਉਣੇ, ਤਾਂ ਕਿ ਆਪਾਂ ਜਦੋਂ ਇੱਕ ਗੰਦਾ ਹੋ ਜਾਏ ਦੂਜਾ ਯੂਜ਼ ਕਰ ਸਕੀਏ, ਤੇ ਰੋਟੇਸ਼ਨ ਵਿੱਚ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰ ਸਕੀਏ।
ਫਿਰ ਜਿਹੜੀ ਆਪਣੀ ਅਗਲੀ ਆਪਸ਼ਨ ਆਉਂਦੀ ਹੈ ਲਿਸਟ ਦੀ, ਉਹ ਹੈਗੀ ਯੂਟੈਂਸਿਲਸ ਦੀ। ਬਰਤਨ ਕਿਹੜੇ ਕਿਹੜੇ ਲੈ ਕੇ ਆਉਣੇ ਨੇ, ਭਾਂਡੇ ਜਿਹਨਾਂ ਨੂੰ ਕਹਿ ਦਿੱਤਾ, ਠੀਕ ਹੈ। ਤੇ ਇਸ 'ਚ ਕੜਾਹੀ, ਕੁੱਕਰ ਦੋਨੋਂ 3 ਲੀਟਰ ਦੇ ਹੋਣੇ ਚਾਹੀਦੇ ਨੇ, ਠੀਕ ਹੈ। ਕਈ ਵਾਰ ਕੁਝ ਜਣੇ ਸੋਚਦੇ ਵੀ ਅਸੀਂ 2 ਇਕੱਠੇ ਜਾ ਰਹੇ ਨੇ ਤੇ ਅਸੀਂ ਇੱਕ ਕੜਾਹੀ ਬੰਦਾ ਲੈ ਜਾਂਦਾ, ਦੂਜਾ ਬੰਦਾ ਕੁੱਕਰ ਲੈ ਜਾਂਦਾ। ਇਹ ਹਿਸਾਬ ਨਹੀਂ ਕਰਨਾ ਹੈਗਾ, ਕਿਉਂਕਿ ਕਈ ਵਾਰ ਇਹ ਚਾਂਸਿਸ ਹੋ ਜਾਂਦੇ ਨੇ ਵੀ ਦੋਨਾਂ ਨੂੰ ਅਲੱਗ-ਅਲੱਗ ਰਹਿਣਾ ਪੈ ਜਾਂਦਾ ਹੈ ਤੇ ਉਹ ਫਿਰ ਸਫਰ ਕਰਦੇ ਨੇ ਵੀ ਉਹ ਸਮਾਨ ਕਿਉਂ ਨਹੀਂ ਲੈ ਗਏ ਆਪਣਾ। ਇਸ ਕਰਕੇ ਤੁਸੀਂ ਆਪਣਾ ਸਮਾਨ ਖੁਦ ਲੈ ਕੇ ਜਾਈਓ, ਕਿਸੇ 'ਤੇ ਡਿਪੈਂਡੈਂਟ ਨਾ ਰਹੀਓ ਵੀ ਉਹਦੇ ਕੋਲ ਆਹ ਸਮਾਨ ਜਾਏਗਾ ਤੇ ਮੈਂ ਆ ਲੈ ਜਾਵਾਂਗਾ। ਫਿਰ ਆਉਂਦੇ ਆਪਣੇ ਫਰਾਈਂਗ ਪੈਨ। ਇੱਕ ਫਰਾਈਂਗ ਪੈਨ ਉਹ ਜਿਸ ਵੱਡਾ ਜਿਹਾ ਹੁੰਦਾ ਨਹੀਂ ਹੈਗਾ ਜਿਸ 'ਚ ਸਬਜ਼ੀ ਵਗੈਰਾ ਗਰਮ ਕਰ ਲਈਦੀ ਆਪਾਂ, ਉਹ ਵਾਲਾ ਹੋ ਜਾਵੇ। ਤੇ ਇੱਕ ਫਰਾਈਂਗ ਪੈਨ ਜਿਹਨੂੰ ਅਸੀਂ ਕਹਿੰਦੇ ਹਾਂ ਚਾਹ ਵਾਲਾ ਭਾਂਡਾ, ਮਤਲਬ ਕਿ ਛੋਟਾ ਜਿਹਾ ਹੁੰਦਾ, ਉਹਨੂੰ ਵੀ ਅਸੀਂ ਫਰਾਈਂਗ ਪੈਨ ਹੀ ਕੀ ਜਾਂਦੇ ਨੇ। ਤੇ ਉਹ ਲੈ ਕੇ ਆਓ ਜੇ ਤੁਸੀਂ ਚਾਹ ਪੀਣ ਦੇ ਸ਼ੌਂਕੀ ਹੋ, ਤੇ ਦੁੱਧ ਵਗੈਰਾ ਵੀ ਗਰਮ ਆਰਾਮ ਨਾਲ ਹੋ ਜਾਂਦਾ ਉਸ 'ਚ। ਫਿਰ ਤੁਸੀਂ ਜੇ ਕੜਛੀਆਂ ਵਗੈਰਾ ਲੈ ਕੇ ਆਉਣੀਆਂ ਨੇ, ਉਹ ਵੀ ਲਿਆਈਓ, ਨਹੀਂ ਤੇ ਇੱਥੇ ਵੀ ਸਹੀ ਰੇਟ 'ਚ ਮਿਲ ਜਾਂਦੀ ਹੈ, ਇੱਕ ਡੇਢ ਡਾਲਰ 'ਚ ਆਰਾਮ ਨਾਲ ਮਿਲ ਜਾਂਦੀ ਹੈ, ਵਧੀਆ ਕੁਆਲਿਟੀ ਦੀਆਂ। ਫਿਰ ਜਿਹੜੇ ਤੁਸੀਂ ਆਪਣੇ ਯੂਜ਼ ਵਾਸਤੇ ਯੂਟੈਂਸਿਲਸ ਲੈ ਕੇ ਆਉਣੇ ਨੇ, ਉਹ ਹੈਗੇ ਪਲੇਟਸ, ਸਪੂਨਸ, ਨਾਈਫ ਤੇ ਫੋਕ। ਇਹ ਦੋ ਜ਼ਰੂਰ ਲੈ ਕੇ ਆਉਣੇ ਨੇ। ਤੇ ਜਿਹੜੀ ਪਲੇਟਸ ਲੈ ਕੇ ਆਉਣੀ ਹੈ ਉਹ ਐਜੀ ਲੈ ਕੇ ਆਉਣੀ ਹੈ ਜਿਹੜੀ ਮਾਈਕ੍ਰੋਵੇਵ 'ਚ ਯੂਜ਼ ਹੋ ਸਕੇ, ਕਿਉਂਕਿ ਇੱਥੇ ਟੈਂਪਰੇਚਰ ਠੰਡਾ ਹੁੰਦਾ ਤੇ ਆਪਾਂ ਨੂੰ ਫੂਡ ਵਾਰ-ਵਾਰ ਗਰਮ ਕਰਨ ਦੀ ਲੋੜ ਪੈਣੀ ਹੈ। ਤੇ ਉਹ ਪਲੇਟਸ ਫਿਰ ਮਾਈਕ੍ਰੋਵੇਵ 'ਚ ਹੀ ਆਰਾਮ ਨਾਲ ਯੂਜ਼ ਹੋ ਸਕਦੀਆਂ, ਤਾਂ ਆਪਾਂ ਨੂੰ ਜ਼ਿਆਦਾ ਭਾਂਡੇ ਝੂਠੇ ਕਰਨ ਦੀ ਲੋੜ ਨਹੀਂ ਪੈਣੀ ਵੀ ਇੱਕ 'ਚ ਸਮਾਨ ਪਾਇਆ ਫਿਰ ਉਹ ਗਰਮ ਕੀਤਾ ਤੇ ਘੱਟ ਗਰਮ ਹੋਣ ਤੋਂ ਬਾਅਦ ਦੂਜੀ ਚੀਜ਼ ਯੂਜ਼ ਕੀਤਾ। ਇਹ ਫਿਰ ਜ਼ਿਆਦਾ ਭਾਂਡੇ ਝੂਠੇ ਹੋ ਜਾਣਗੇ, ਇਸ ਕਰਕੇ ਤੁਹਾਨੂੰ ਪਲੇਟਸ ਮਾਈਕ੍ਰੋਵੇਵ ਵਾਲੀ ਹੀ ਯੂਜ਼ ਕਰਨੀ ਪੈਣੀ ਹੈ। ਫਿਰ 2 ਗਲਾਸ ਵੀ ਲੈ ਕੇ ਆਉਣੇ ਨੇ ਇਹਨਾਂ ਨਾਲ। ਜਿਹੜੀ ਚੀਜ਼ ਹੈਗੀ ਹੈ ਚੱਕਲਾ ਵੇਲਣਾ, ਠੀਕ ਹੈ, ਚੋਕਲਾ ਵੇਲਣਾ ਵੀ ਕਹਿ ਦਿੰਦੇ ਨੇ ਅਸੀਂ। ਜੇ ਤੁਸੀਂ ਦੋਨੋਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਦੋਨੋਂ ਲਿਆ ਸਕਦੇ ਹੋ। ਨਹੀਂ ਤਾਂ ਲੋਕ ਕੀ ਕਰਦੇ ਨੇ, ਇੱਥੇ ਸਲੈਬ 'ਤੇ ਹੀ ਆਪਣੀ ਰੋਟੀਆਂ ਵੇਲ ਲੈਂਦੇ ਨੇ ਤੇ ਸਿਰਫ ਵੇਲਣਾ ਵੀ ਲਿਆ ਸਕਦੇ ਹੋ। ਤੇ ਜੇ ਤੁਸੀਂ ਚਾਹ ਪੀਣ ਦੇ ਸ਼ੌਂਕੀ ਹੋ ਤੇ ਚਾਹ ਪਾਣੀ ਜ਼ਰੂਰ ਲੈਣਾ, ਠੀਕ ਹੈ। ਉਹਨੂੰ ਟੀ ਸਟ੍ਰੇਨਰ ਵੀ ਕਹਿੰਦੇ ਨੇ, ਉਹ ਵੀ ਜ਼ਰੂਰ ਆਪਣੀ ਲਿਸਟ 'ਚ ਐਡ ਕਰ ਲੈਣਾ। ਹਾਂ, ਇੱਕ ਚੀਜ਼ ਜ਼ਰੂਰ ਹੈਗੀ ਆਪਣੀ, ਉਹ ਹੈਗੀ ਤਵਾ ਐਜਾ ਲੈ ਕੇ ਆਉਣਾ, ਜੇ ਨਾ ਜ਼ਿਆਦਾ ਮੋਟਾ ਹੋਵੇ, ਜੇ ਨਾ ਜ਼ਿਆਦਾ ਪਤਲਾ ਹੋਵੇ, ਕਿਉਂਕਿ ਜਿਹੜਾ ਪਤਲਾ ਹੁੰਦਾ ਉਹ ਰੋਟੀਆਂ ਜਾਲ ਦਿੰਦਾ। ਆਪਾਂ ਵਧੀਆ ਕੁਆਲਿਟੀ ਦਾ ਲੈ ਕੇ ਆਉਣਾ ਜਿਹਦੇ ਨਾਲ ਰੋਟੀ ਵੀ ਵਧੀਆ ਬਣੇ, ਕਿਉਂਕਿ ਆਪਾਂ ਹਰ ਟਾਈਮ ਰੋਟੀ ਹੀ ਖਾਣੀ ਹੁੰਦੀ ਹੈ, ਕਿ ਚੌਲ ਤਾਂ ਰੋਜ਼ ਨਹੀਂ ਬਣ ਸਕਦੇ ਨਾ, ਇਸ ਕਰਕੇ। ਫਿਰ ਆਉਂਦੀ ਆਪਣੀ ਆਪਸ਼ਨ ਬੇਸਿਕ ਚੀਜ਼ਾਂ ਦੀ, ਜਿਹੜੀ ਆਪਾਂ ਨੂੰ ਨੋਰਮਲ ਡੇਲੀ ਯੂਜ਼ 'ਤੇ ਯੂਜ਼ ਕਰਦੇ ਹੁੰਦੇ ਆਪਾਂ, ਲਾਈਕ ਆਇਲ ਵੀ ਆਪਾਂ ਲੈ ਕੇ ਜਾਣੀ ਹੈ। ਜਿਹੜੀ ਸੋਪ ਹੈ ਉਹ 4 ਪੇਅਰ ਦਾ ਜਿਹੜਾ ਇੱਕ ਸੈੱਟ ਹੁੰਦਾ ਨਾ, ਉਹੀ ਲੈ ਕੇ ਜਾਈਓ, ਠੀਕ ਹੈ। ਤੁਹਾਡੇ ਇਨੀਸ਼ੀਅਲ ਸਟੇਜ 'ਤੇ ਬਹੁਤ ਕੰਮ ਆਏਗਾ। ਇੱਕ ਸ਼ੈਂਪੂ ਜੇ ਮੈਂ ਰਿਕਮੈਂਡ ਕਰਾਂ ਤੇ ਤੁਸੀਂ ਪਾਊਚਸ ਯੂਜ਼ ਕਰ ਲਿਓ, ਕਿਉਂਕਿ ਬੋਟਲ ਦਾ ਵੀ ਵਜ਼ਨ ਹੋਏਗਾ ਤੇ ਪ੍ਰਾਈਸ ਵੀ ਘੱਟ 'ਚ, ਮਤਲਬ ਕਿ ਜ਼ਿਆਦਾ ਪ੍ਰਾਈਸ 'ਚ ਤੁਹਾਨੂੰ ਘੱਟ ਸ਼ੈਂਪੂ ਮਿਲੇਗਾ। ਉਸੇ ਪ੍ਰਾਈਸ 'ਚ ਜੇ ਤੁਸੀਂ ਪਾਊਚਸ ਲੈਂਦੇ ਤੇ ਤੁਹਾਨੂੰ ਜ਼ਿਆਦਾ ਸ਼ੈਂਪੂ ਵੀ ਮਿਲੇਗਾ ਤੇ ਵਜ਼ਨ ਵੀ ਘੱਟ ਹੋਏਗਾ ਬੋਟਲ ਨਾਲੋਂ, ਠੀਕ ਹੈ। ਜ਼ਿਆਦਾ ਫਰਕ ਨਹੀਂ ਪੈਂਦਾ। ਜੇ ਤੁਸੀਂ ਬੋਟਲ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਬੋਟਲ ਵੀ ਲੈ ਆਓ। ਤੇ ਅਗਲੀ ਜਿਹੜੀ ਚੀਜ਼ ਹੈਗੀ ਸੈਨੀਟਾਈਜ਼ਰ। ਕਰੋਨਾ ਦਾ ਟਾਈਮ ਚੱਲ ਰਿਹਾ ਤੇ ਇੱਕ ਛੋਟੀ ਜਿਹੀ ਬੋਟਲ ਜਿਹੜੀ ਆਉਂਦੀ ਹੈ ਨਾ ਲਾਈਫਬॉय ਦੀ ਸੈਨੀਟਾਈਜ਼ਰ, ਉਹ ਵੀ ਲੈ ਕੇ ਆਇਓ, ਕਿਉਂਕਿ ਹਰ ਜਗ੍ਹਾ ਆਪਾਂ ਨੂੰ ਯੂਜ਼ ਕਰਨਾ ਪੈਂਦਾ ਉਹ। ਤੇ 2 ਚੀਜ਼ਾਂ ਹੋਰ ਨੇ, ਟੂਥਪੇਸਟ ਜੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਕੋਲਗੇਟ ਵਗੈਰਾ ਹੀ ਲੈ ਕੇ ਆਈਓ। ਜੇ ਤੁਹਾਨੂੰ ਪਤੰਜਲੀ ਦੀ ਆਦਤ ਹੈਗੀ ਤੇ ਤੁਸੀਂ 1-2 ਪੇਅਰ ਆਪਣਾ ਲੈ ਕੇ ਆ ਸਕਦੇ ਹੋ, ਪਰ ਇੱਥੇ ਉਹ ਬਹੁਤ ਮਹਿੰਗਾ ਮਿਲਦਾ ਹੈ। ਉਹ ਮਿਲਦਾ ਵੀ ਇੱਕੋ ਸਟੋਰ 'ਤੇ, ਉਹ ਪੰਚਵਟੀ ਦਾ ਸਟੋਰ ਹੈ, ਉਹ ਵੀ ਬਹੁਤ ਮਹਿੰਗਾ, ਠੀਕ ਹੈ। ਤੇ ਕੋਲਗੇਟ ਵਗੈਰਾ ਤਾਂ ਨੋਰਮਲ ਰੇਂਜ 'ਚ ਮਿਲ ਜਾਂਦਾ ਇੱਥੇ। ਤੇ ਮੈਂ ਰਿਕਮੈਂਡ ਵੀ ਇਹੀ ਕਰਾਂਗਾ ਤੁਸੀਂ ਕੋਲਗੇਟ ਵਗੈਰਾ ਯੂਜ਼ ਕਰਿਆ ਕਰੋ। ਤੇ ਟੂਥਬ੍ਰਸ਼ 2 ਤੇ 3 ਆਪਣੇ ਟੂਥਬ੍ਰਸ਼ ਚੱਕ ਲੈ ਜਾਓ, ਤਾਂ ਕਿ ਤੁਹਾਨੂੰ ਵਧੀਆ, ਮਤਲਬ ਕਿ ਇੱਕ ਛੋਟੀ ਜਿਹੀ ਚੀਜ਼ ਪਿੱਛੇ ਨਾ ਸਟੋਰ ਜਾਣਾ ਨਾ ਪੈ ਜਾਵੇ, ਠੀਕ ਹੈ। ਤੇ ਇੱਕ ਛੋਟਾ ਜਿਹਾ ਜਿਹੜਾ ਫੋਲਡੇਬਲ ਅੰਬਰੇਲਾ ਹੁੰਦਾ ਨਾ, ਉਹ ਜ਼ਰੂਰ ਲੈ ਕੇ ਆਈਓ, ਕਿਉਂਕਿ ਇੱਥੇ ਦਾ ਮੌਸਮ ਕੁਛ ਇਸ ਤਰ੍ਹਾਂ ਦਾ ਕਹਿੰਦੇ ਵੀ ਕਦੇ ਵੀ ਮੀਂਹ ਪੈ ਸਕਦਾ ਤੇ ਆਪਣਾ ਅੰਬਰੇਲਾ ਜ਼ਰੂਰ ਰੱਖਣਾ। ਤੇ ਸਨੋ ਵੀ ਪੈਂਦੀ ਹੁੰਦੀ ਹੈ ਕਈ ਵਾਰ। ਛੋਟਾ ਜਿਹਾ ਅੰਬਰੇਲਾ ਜਿਹੜਾ ਬੈਗ 'ਚ ਫੋਲਡ ਹੋ ਕੇ ਆ ਜਾਵੇ। ਐਮਾਜ਼ੋਨ ਬੇਸਿਕਸ ਦਾ ਜਿਹੜਾ ਅੰਬਰੇਲਾ ਹੁੰਦਾ ਨਾ, ਬਹੁਤ ਵਧੀਆ ਹੁੰਦਾ, ਉਹ ਜ਼ਰੂਰ ਲੈ ਕੇ ਆਈਓ। ਇੱਕ ਹੈਗਾ ਪਾਵਰ ਬੈਂਕ ਬਹੁਤ ਜ਼ਰੂਰੀ ਹੈ ਇੱਥੇ ਯੂਜ਼ ਕਰਨ ਲਈ। ਲੋਕ ਇੱਥੇ 2 ਤਰ੍ਹਾਂ ਦੇ ਪਾਵਰ ਬੈਂਕ ਚੱਕੀ ਫਿਰਦੇ ਨੇ। ਜੇ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਇੱਕੋ ਲਿਆਈਓ, ਉਹ ਵੀ ਵਧੀਆ ਕੁਆਲਿਟੀ ਦਾ MI ਦਾ ਲਿਆਓ, ਠੀਕ ਹੈ। ਉਹ ਚੱਲ ਜੂਗਾ, ਤੁਹਾਡਾ ਵਧੀਆ ਹੋਣਾ ਚਾਹੀਦਾ ਹੈ। ਜੇ ਤੁਸੀਂ ਇਨੀਸ਼ੀਅਲ ਡੇ ਵਾਸਤੇ ਆਪਣਾ ਫੂਡ ਵਗੈਰਾ ਲੈ ਕੇ ਆਉਣਾ ਚਾਹੁੰਦੇ ਹੋ ਤੇ ਤੁਸੀਂ 10-12 ਪੈਕਟ ਜਿਹੜੇ ਹੁੰਦੇ ਨੇ ਛੋਟੇ ਵਾਲੇ ਮੈਗੀ ਦੇ, ਉਹ ਵੀ ਲਿਆ ਸਕਦੇ ਹੋ। ਜੇ ਤੁਸੀਂ ਵੱਡੇ ਲੈ ਕੇ ਆਉਣਾ ਚਾਹੁੰਦੇ ਹੋ, ਇੱਕ 6 ਵਾਲੀ ਪੈਕਿੰਗ ਦਾ ਹੁੰਦਾ, ਪਾਰਟੀ ਪੈਕ ਮਤਲਬ ਕੁਝ ਵੀ ਕਹਿੰਦੇ ਉਹਨਾਂ ਨੂੰ, ਉਹ ਤੁਸੀਂ 2 ਪੈਕਟ ਚੱਕ ਲਿਆਈਓ, ਠੀਕ ਹੈ। ਉਸ 'ਚ ਘੱਟੋ ਘੱਟ 12 ਪੀਸ ਹੁੰਦੇ ਨੇ, ਉਹ ਵਾਲਾ ਚੱਕ ਲਿਆਈਓ 2 ਪੈਕਟ।
ਤੇ ਮਸਾਲੇ ਵਗੈਰਾ ਆਪਾਂ ਨੂੰ ਜ਼ਰੂਰ ਲੈ ਕੇ ਆਓ, ਕਿਉਂਕਿ ਇੱਥੇ ਦੇ ਜਿਹੜੇ ਮਸਾਲੇ ਹੁੰਦੇ ਨੇ ਨਾ ਉਹ ਇੰਡੀਆ ਦੇ ਮਸਾਲੇ ਨਾਲੋਂ ਘੱਟ ਮਸਾਲੇਦਾਰ ਹੁੰਦੇ ਨੇ। ਇਨ ਸੈਂਸ ਵੀ ਇਹਨਾਂ ਦੇ ਇੱਥੇ ਦੇ ਮਸਾਲਿਆਂ ਤੋਂ ਕੋਈ ਵੀ ਪਾਵਰ ਜੀ ਨਹੀਂ ਹੁੰਦੀ ਹੈਗੀ, ਫਿੱਕੇ ਫਾਕੇ ਜਿਹੇ ਹੁੰਦੇ ਨੇ। ਤੇ ਆਪਣਾ ਇੰਡੀਆ ਦਾ ਮਸਾਲਾ ਤੁਹਾਨੂੰ ਪਤਾ ਹੀ, ਇੰਡੀਆ ਵਾਲੇ ਕਿੰਨੇ ਮਸਾਲੇ ਖਾਂਦੇ ਨੇ, ਮਤਲਬ ਕਿੰਨੀ ਸਪਾਈਸੀ ਚੀਜ਼ਾਂ ਖਾਂਦੇ ਨੇ। ਇੰਡੀਆ ਦੇ ਮਸਾਲੇ ਇੱਥੇ ਆ ਕੇ ਵਧੀਆ ਰਹਿਣਗੇ ਤੁਹਾਡੇ ਵਾਸਤੇ, ਠੀਕ ਹੈ। ਤੇ ਮਸਾਲਿਆਂ ਨੂੰ ਸਾਂਭਣ ਵਾਸਤੇ ਇੱਕ ਮਸਾਲੇ ਵਾਲਾ ਬਾਕਸ ਹੁੰਦਾ ਨਾ, ਜਿਸ 'ਚ ਸਾਰੇ ਮਸਾਲੇ ਇਕੱਠੇ ਕਰਕੇ ਰੱਖੀਦਾ ਹੁੰਦਾ, ਉਹ ਜ਼ਰੂਰ ਲੈ ਕੇ ਆਈਓ। ਤੇ ਮਸਾਲੇ ਇਸ ਹਿਸਾਬ ਨਾਲ ਲੈ ਕੇ ਆਈਓ, ਹਲਦੀ ਵਗੈਰਾ ਜਿਹੜੇ ਬੇਸਿਕਸ ਹੁੰਦੇ ਨੇ, ਹਲਦੀ ਮਿਰਚ, ਠੀਕ ਹੈ, ਨਮਕ ਵਗੈਰਾ ਚੱਲੀ ਜਾਂਦੇ ਨੇ। ਤੇ ਉਹ ਲੈ ਕੇ ਆਉਣਾ ਆਪਾਂ 1 ਸਾਲ ਦਾ ਸਟਾਕ, ਜਿਹੜਾ ਆਰਾਮ ਨਾਲ ਚੱਲ ਜਾਵੇ, ਕਿਉਂਕਿ ਆਪਾਂ ਜ਼ਿਆਦਾ ਮਸਾਲੇ ਵੀ ਨਹੀਂ ਖਾਂਦੇ ਹੈਗੇ, ਨੋਰਮਲ 'ਚ ਚੱਲੀ ਜਾਂਦਾ ਆਪਣਾ। ਤੇ ਇਸ ਹਿਸਾਬ ਨਾਲ ਆਪਾਂ ਮਸਾਲੇ ਲੈ ਕੇ ਆਉਣੇ ਨੇ। ਫਿਰ ਜਿਹੜੀ ਆਪਸ਼ਨ ਆਉਂਦੀ ਉਹ ਹੈਗੀ ਇਲੈਕਟ੍ਰੋਨਿਕਸ ਦੀ। ਇਲੈਕਟ੍ਰੋਨਿਕਸ ਜੇ ਮੈਂ ਰਿਕਮੈਂਡ ਕਰਾਂ, ਜੇ ਤੁਹਾਡੇ ਕੋਲ ਚੀਜ਼ ਨਹੀਂ ਹੈਗੀ ਤਾਂ ਇੱਥੇ ਆ ਕੇ ਹੀ ਖਰੀਦਿਓ, ਲਾਈਕ ਲੈਪਟੋਪ, ਸਮਾਰਟਫੋਨ ਤੇ ਟ੍ਰਿਮਰ ਵਗੈਰਾ। ਜੇ ਤੁਹਾਡੇ ਕੋਲ ਇੰਡੀਆ 'ਚ ਹੈਗਾ ਨਾ ਤਾਂ ਇੰਡੀਆ ਦਾ ਚੱਕ ਲਿਆਈਓ। ਜੇ ਟ੍ਰਿਮਰ ਤੁਸੀਂ ਇੰਡੀਆ 'ਚ ਲੈਣਾ ਚਾਹੁੰਦੇ ਹੋ ਨਾ, ਉਹ ਵਾਲਾ ਲੈ ਕੇ ਆਈਓ ਜਿਹੜਾ ਬੈਟਰੀ ਆਪਰੇਟਡ ਹੋਵੇ, ਲੇਕਿਨ ਪਾਵਰ ਆਪਰੇਟਡ ਨਾ ਹੋਵੇ, ਠੀਕ ਹੈ। ਕਿਉਂਕਿ ਇੱਥੇ ਦੀ ਵੋਲਟੇਜ ਜਿਹੜੀ ਹੈਗੀ ਹੈ ਇੰਡੀਆ ਨਾਲੋਂ ਘੱਟ ਯੂਜ਼ ਹੁੰਦੀ ਹੈ। ਮੇਬੀ ਇੰਡੀਆ 'ਚ 220 ਜਾਂ 240 ਕੁਛ ਹੁੰਦੀ ਹੈ, ਤੇ ਇੱਥੇ ਹੈਗੀ 120 ਵੋਟ ਦੀ, ਠੀਕ ਹੈ। ਜੇ ਕਿਸੇ ਗੱਲ ਵਗੈਰਾ ਆਪਣੇ ਸਟੇਟਨਰ ਮਸ਼ੀਨ ਲੈ ਕੇ ਆਉਣੀ ਚਾਹੁੰਦੀ ਹੈ, ਮੈਂ ਰਿਕਮੈਂਡ ਨਹੀਂ ਕਰਦਾ ਕਿ ਤੁਸੀਂ ਇੰਡੀਆ ਤੋਂ ਇੱਥੇ ਲੈ ਕੇ ਆਓ, ਕਿਉਂਕਿ ਇੰਡੀਆ 'ਚ ਜਿਹੜੀ ਚੀਜ਼ ਚੱਲਣੀ ਹੈ ਉਹ ਇਲੈਕਟ੍ਰੋਨਿਕ ਇੱਥੇ ਨਹੀਂ ਚੱਲਣੀ ਹੈਗੀ। ਜੇ ਤੁਹਾਡੇ ਕੋਲ ਲੈਪਟੋਪ ਹੈਗਾ ਇੰਡੀਆ 'ਚ ਵਧੀਆ ਚੱਲ ਰਿਹਾ ਤਾਂ ਇੰਡੀਆ ਤੋਂ ਚੱਕ ਲੈ ਆਈਓ। ਜੇ ਨਹੀਂ ਹੈਗਾ ਤਾਂ ਉੱਥੇ ਲੈਣ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਇੱਥੇ ਬਹੁਤ ਸਾਰੀ ਫੈਸਟੀਵਲਸ ਤੇ ਸੇਲਸ ਵਗੈਰਾ ਲੱਗਦੀ ਹੈ। ਬਾਕਸਿੰਗ ਡੇ ਲਾ ਲਓ, ਬਲੈਕ ਫਰਾਈਡੇ ਲੈ ਲਓ, ਵਧੀਆ ਸੇਲ ਚੱਲਦੀ ਹੈ, ਵਧੀਆ ਆਫਰ ਮਿਲ ਜਾਂਦਾ। ਗਰੰਟੀ ਵਗੈਰਾ ਜੋ ਵੀ ਹੁੰਦਾ ਉਹ ਵੀ ਮਿਲ ਜਾਂਦਾ, ਤੁਹਾਨੂੰ ਵਧੀਆ ਪ੍ਰਾਈਸ 'ਤੇ ਮਿਲ ਜਾਂਦਾ। ਸਮਾਰਟਫੋਨ ਜੇ ਤੁਸੀਂ ਇੰਡੀਆ ਤੋਂ ਲੈ ਕੇ ਆ ਰਹੇ ਹੋ ਨਵਾਂ, ਤਾਂ ਮਤਲਬ ਕਿ ਨਵਾਂ ਖਰੀਦਣਾ ਚਾਹ ਰਹੇ ਹੋ ਤਾਂ ਉੱਥੇ ਨਾ ਖਰੀਦਿਓ, ਇੱਥੇ ਆ ਕੇ ਖਰੀਦਿਓ, ਕਿਉਂਕਿ ਇੱਥੇ ਆਪਾਂ ਨੂੰ ਇੰਸ਼ੋਰੈਂਸ ਵਗੈਰਾ ਵਧੀਆ ਪ੍ਰਾਈਸਿੰਗ 'ਚ ਵੀ ਮਿਲ ਜਾਂਦਾ। ਤੇ ਇੱਕ ਚੀਜ਼ ਸਮਾਰਟਫੋਨ ਦੇ ਰਿਗਾਰਡਿੰਗ ਜਿਹੜੀ ਹੈਗੀ ਉਹ ਇੰਡੀਆ 'ਚ ਅਸੈਸਰੀ ਜ਼ਰੂਰ ਲੈ ਕੇ ਆਈਓ, ਲਾਈਕ ਗਾਰਡ ਹੋ ਗਿਆ, ਠੀਕ ਹੈ। ਛੋਟੀ ਮੋਟੀ ਜਿਹੜੀ ਅਸੈਸਰੀ ਹੁੰਦੀ ਹੈ ਉਹ ਜ਼ਰੂਰ ਲੈ ਕੇ ਆਈਓ। ਗਾਰਡ ਜਿਹੜੇ ਹੁੰਦੇ ਨੇ ਨਾ ਇੱਥੇ ਬਹੁਤ ਮਹਿੰਗੇ ਨੇ ਇੰਡੀਆ ਨਾਲੋਂ। ਇੰਡੀਆ 'ਚ ਤਾਂ ਮੇਰੇ ਖਿਆਲ ਨਾਲ 50-60 ਰੁਪਏ ਦਾ ਹੋਲਸੇਲ ਦੀ ਦੁਕਾਨ ਤੋਂ ਮਿਲ ਜਾਂਦਾ ਹੈ। ਜੇ ਤੁਸੀਂ ਲੈਣਾ ਚਾਹੁੰਦੇ ਹੋ ਉੱਥੋਂ ਲਿਆਈਓ, ਠੀਕ ਹੈ। ਇੱਕ ਜਿਹੜੀ ਸਭ ਤੋਂ ਮੇਨ ਚੀਜ਼ ਹੈਗੀ ਆ ਉਹ ਯੂਨੀਵਰਸਲ ਅਡੈਪਟਰ, ਕਿਉਂਕਿ ਜੇ ਤੁਹਾਡੇ ਕੋਲ ਇੰਡੀਆ ਤੋਂ ਤੁਸੀਂ ਫ਼ੋਨ ਲੈ ਕੇ ਆ ਰਹੇ ਹੋ, ਇੱਥੇ ਆ ਕੇ ਚਾਰਜ ਵੀ ਕਰੋਗੇ, ਤੇ ਇੰਡੀਆ ਦਾ ਜਿਹੜਾ ਸ਼ੂ ਹੁੰਦਾ ਹੈ ਤੁਸੀਂ ਉਹ ਬਹੁਤ ਅਲੱਗ ਹੁੰਦਾ, ਲਾਈਕ ਦਿਸ ਇੱਥੇ ਇਵੇਂ ਦਾ ਹੁੰਦਾ ਹੈ, ਠੀਕ ਹੈ। ਤੇ ਉੱਥੇ ਹੁੰਦਾ ਚਪਟੇ ਪਿੰਨ ਵਾਲਾ, ਤੇ ਆਪਾਂ ਨੂੰ ਉੱਥੇ ਇਹ ਯੂਨੀਵਰਸਲ ਅਡੈਪਟਰ ਚਾਹੀਦਾ ਹੋਊਗਾ। ਤੇ ਯੂਨੀਵਰਸਲ ਅਡੈਪਟਰ 'ਚ ਨਾ ਚੰਗੇ ਪੈਸੇ ਖਰਚ ਲਿਓ, ਕਿਉਂਕਿ ਕੁਛ ਜਿਹੜੇ ਯੂਨੀਵਰਸਲ ਅਡੈਪਟਰ ਹੁੰਦੇ ਆ ਉਹ 1-2 ਮਹੀਨਾ ਚੱਲ ਕੇ ਖਰਾਬ ਹੋ ਜਾਂਦੇ ਨੇ, ਕਈ ਤਾਂ 1-2 ਹਫ਼ਤੇ 'ਚ ਹੀ ਖਰਾਬ ਹੋ ਜਾਂਦੇ ਨੇ। ਤੇ ਆਪਾਂ ਜੇ ਵਧੀਆ ਪੈਸੇ ਲਵਾਂਗੇ ਘੱਟੋ ਘੱਟ ਵਧੀਆ ਚੱਲੀ ਜਾਊਗਾ ਉਹ, ਠੀਕ ਹੈ। ਇਸ ਕੰਜੂਸੀ ਕਰਾਉਣ ਵਾਲੀ ਕੋਈ ਲੋੜ ਨਹੀਂ ਹੈਗੀ। ਫਿਰ ਆਉਂਦੇ ਨੇ, ਜੇ ਤੁਸੀਂ ਸਪੈਕਸ ਵਗੈਰਾ ਯੂਜ਼ ਕਰਦੇ ਹੋ ਨਾ, ਇੰਡੀਆ ਤੋਂ ਆਪਣਾ ਇੱਕ ਐਕਸਟਰਾ ਪੇਅਰ ਜ਼ਰੂਰ ਲੈ ਕੇ ਚੱਲਿਓ, ਕਿਉਂਕਿ ਉੱਥੇ ਬਹੁਤ ਮਹਿੰਗੇ ਬਣਦੇ ਹੁੰਦੇ ਨੇ। ਇਹ ਸੀ ਬੇਸਿਕ ਚੀਜ਼ਾਂ ਜਿਹੜੀ ਤੁਸੀਂ ਸ਼ੋਪਿੰਗ ਕਰਨ ਵੇਲੇ ਲੈ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ, ਤੇ ਥੱਲੇ ਦਿੱਤਾ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਈਓ। ਤੇ